ਇਹ ਜਿਹੜੀ ਕਿਤਾਬ ਹੈ ਜੀ, ਇਹਦਾ ਨਾਮ ਹੈਗਾ ਗ੍ਰਿਟ ਗਟਸ ਗਲੋਰੀ। ਇਹ ਹੁਣ ਅਸੀਂ ਰਿਲੀਜ਼ ਕੀਤੀ ਹੈ ਦਿਸ ਈਅਰ। ਦਿਸ ਬੁੱਕ ਟਾਕਸ ਆਫ ਦੀ ਬੈਟਲ ਆਫ ਲੋਂਗੇਵਾਲਾ। ਲੋਂਗੇਵਾਲਾ ਦੇ ਵਿੱਚ ਜੰਗ ਸੀਗੀ ਲੜੀ ਹੈ ਰਾਜਸਥਾਨ ਸੈਕਟਰ ਦੇ ਵਿੱਚ, ਤੇ ਇਹਦੇ ਉੱਪਰ ਫਿਲਮ ਬਾਰਡਰ ਵੀ ਬਣੀ ਸੀਗੀ ਇਸ ਜੰਗ ਦੇ ਉੱਪਰ। ਬਟ ਦਿਸ ਬੁੱਕ ਇਜ਼ ਵੈਰੀ ਡਿਫਰੈਂਟ ਫਰੋਮ ਦ ਮੂਵੀ ਬਾਰਡਰ। ਇਸ ਬੁੱਕ ਦੇ ਵਿੱਚ ਅਸੀਂ ਰੀਅਲ ਲਾਈਫ ਅਕਾਊਂਟ ਦੱਸਿਆ ਹੈ ਆਫ ਕਿ ਬੈਟਲ 'ਚ ਕੀ ਹੋਇਆ ਸੀ। ਫੋਰ ਐਗਜ਼ਾਮਪਲ ਮੂਵੀ ਦੇ ਵਿੱਚ ਜਿਸ ਤਰ੍ਹਾਂ ਕਈ ਸੋਲਜਰ ਸੀਗੇ, ਜਿਸ ਤਰ੍ਹਾਂ ਭਾਨ ਪ੍ਰਤਾਪ ਸਿੰਘ, ਜਿਨ੍ਹਾਂ ਦਾ ਰੋਲ ਸੁਨੀਲ ਸ਼ੈੱਟੀ ਅਦਾ ਕਰਦੇ ਆ ਜਾਂ ਅਕਸ਼ੇ ਖੰਨਾ ਕਰਦੇ ਆ, ਉਹ ਮੂਵੀ ਦੇ ਵਿੱਚ ਸ਼ਹੀਦ ਹੋ ਜਾਂਦੇ ਆ, ਦਿਖਾਏ ਜਾਂਦੇ ਆ, ਲੇਕਿਨ ਅਸਲੀ ਲਾਈਫ ਦੇ ਵਿੱਚ ਉਹ ਸ਼ਹੀਦ ਨਹੀਂ ਸੀ ਹੋਏ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨਿਰੂਪੀ ਚਰਵਾਨ। ਸਾਡੇ ਨਾਲ ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਕਲੇ ਨੇ। ਜੇ ਪੰਜਾਬ ਪੁਲਿਸ ਦੇ ਪਹਿਲੇ ਅਫਸਰ ਨੇ, ਜੇ ਮਾਊਂਟ ਐਲਬਰੂਸ ਤੇ ਚੜੇ ਨੇ, ਤਾਂ ਸਭ ਤੋਂ ਵੱਡੀ ਗੱਲ ਹੈ ਸਰ ਜਦ ਫਤਿਹ ਕਰਨ ਦੀ ਗੱਲ ਆਉਂਦੀ ਹੈ। ਇਸ ਤੋਂ ਪਹਿਲਾਂ ਵੀ ਤੁਸੀਂ ਮਾਊਂਟ ਕਿਲੀਮੰਜਾਰੋ ਜਾ ਕੇ ਆਏ ਲਾਸਟ ਈਅਰ, ਉਸ ਤੋਂ ਪਹਿਲੇ ਸਕਾਈ ਡਾਈਵਿੰਗ ਵੀ ਕੀਤੀ, ਤੇ ਹੁਣ ਤੁਸੀਂ ਕਿਤਾਬ ਲੈ ਕੇ ਆ ਰਹੇ, ਉਸ ਤੋਂ ਪਹਿਲੇ ਵੀ ਕਿਤਾਬ ਲੈ ਕੇ ਆਏ ਸੀ। ਸੋ ਇੰਨਾ ਸਾਰਾ ਸਮਾਂ ਕਿਵੇਂ ਮਿਲ ਜਾਂਦਾ ਇਤਨੀ ਸਾਰੀ ਐਕਟੀਵਿਟੀਜ਼ ਦੇ ਲਈ? ਥੈਂਕ ਯੂ ਜੀ, ਥੈਂਕ ਯੂ ਨੀਰੂ ਜੀ, ਐਂਡ ਥੈਂਕ ਯੂ ਟੂ ਦੀ ਦੈਨਿਕ ਸਵੇਰਾ ਫॉर ਕਮਿੰਗ ਐਂਡ ਟੇਕਿੰਗ ਦਿਸ ਇੰਟਰਵਿਊ। ਸਮਾਂ ਇਸ ਤਰ੍ਹਾਂ ਮਿਲ ਜਾਂਦਾ ਜੀ ਕਿ ਆਈ ਡੋਂਟ ਡੂ ਐਨੀ ਪਾਰਟੀਜ਼ ਐਂਡ ਆਲ। ਆਈ ਐਮ ਅ ਵੈਰੀ ਫੋਕਸਡ, ਮੈਂ ਆਪਣੇ ਫੋਕਸ ਨਾਲ ਕੰਮ ਕਰਦਾ। ਡਿਊਟੀ ਤੋਂ ਬਾਅਦ ਘਰ ਜਾਣਾ, ਘਰ ਜਾ ਕੇ ਆਪਣੇ ਜਿਹੜੇ ਹੌਬੀਜ਼ ਨੇ ਉਹਨਾਂ ਨੂੰ ਪਰਸਿਊ ਕਰਦਾ, ਅਤੇ ਇਸ ਤਰ੍ਹਾਂ ਟਾਈਮ ਮਿਲ ਜਾਂਦਾ। ਸਾਰਿਆਂ ਕੋਲ 24 ਘੰਟੇ ਹੁੰਦੇ ਆ। ਇੱਕ ਕਹਾਵਤ ਹੈ ਕਿ ਵਾਟ ਇਜ਼ ਦੀ ਕਾਮਨ ਥਿੰਗ ਬਿਟਵੀਨ ਅ ਸਕਸੈਸਫੁਲ ਮੈਨ ਐਂਡ ਅ ਫੇਲਡ ਮੈਨ। ਇੱਕ ਸਕਸੈਸਫੁਲ ਆਦਮੀ ਅਤੇ ਫੇਲਡ ਬੰਦੇ ਦੇ ਵਿੱਚ ਇੱਕ ਕਾਮਨ ਚੀਜ਼ ਕੀ ਹੁੰਦੀ ਹੈ? ਕਾਮਨ ਚੀਜ਼ ਇਹ ਹੁੰਦੀ ਹੈ ਕਿ ਦੋਨਾਂ ਕੋਲ 24 ਘੰਟੇ ਹੁੰਦੇ ਆ। ਸਕਸੈਸਫੁਲ ਆਦਮੀ 24 ਘੰਟਿਆਂ ਨੂੰ ਮੈਨੇਜ ਸੋਹਣਾ ਕਰ ਲੈਂਦਾ, ਅਤੇ ਜਿਹੜਾ ਨਹੀਂ ਸਕਸੈਸਫੁਲ ਹੁੰਦੇ ਉਹ 24 ਘੰਟਿਆਂ ਨੂੰ ਵੇਸਟ ਕਰ ਲੈਂਦੇ ਆ। ਸੋ ਵੈਨ ਯੂ ਡੂ ਇਟ ਓਵਰ ਅ ਲੌਂਗ ਪੀਰੀਅਡ ਆਫ ਟਾਈਮ, ਤਾਂ ਆਟੋਮੈਟਿਕਲੀ ਕਿ ਤੁਸੀਂ ਅਚੀਵਮੈਂਟਸ ਕਰ ਲੈਂਦੇ ਆ, ਐਂਡ ਪਰਮਾਤਮਾ ਫਿਰ ਤੁਹਾਨੂੰ ਨਵਾਜ਼ਦਾ, ਤੁਹਾਡੀ ਮਿਹਨਤ ਨੂੰ ਨਵਾਜ਼ਦਾ। ਸਰ ਇਹ ਕਿਤਾਬ ਲੈ ਕੇ ਆਇਓ ਗ੍ਰਿਟ ਗਟਸ ਐਂਡ ਗਲੋਰੀ। ਜਦ ਇਸ ਦੀ ਗੱਲ ਕਰੀਏ, ਤੁਹਾਡੀ ਦੂਜੀ ਕਿਤਾਬ ਹੈਗੀ ਹੈ, ਅਤੇ ਇਸ ਕਿਤਾਬ ਦੇ ਵਿਚਕਾਰ ਮੈਨੂੰ ਲੱਗਦਾ ਕੁਝ ਅਲੱਗ ਹੀ ਹੋਏਗਾ। ਹਾਂਜੀ, ਜਿਹੜੀ ਫਸਟ ਕਿਤਾਬ ਸੀਗੀ ਦੈਟ ਵਾਸ ਨਿਊ ਇੰਡੀਆ ਇਨ 2018 ਦੇ ਵਿੱਚ ਆਈ ਸੀਗੀ। ਇਟ ਵਾਸ ਨਿਊ ਇੰਡੀਆ ਦਾ ਰਿਐਲਿਟੀ ਰੀਲੋਡਡ, ਜਿਸ ਮੈਂ ਦੇਸ਼ ਦੇ 40 ਇਸ਼ੂਜ਼ ਬਾਰੇ ਗੱਲ ਕੀਤੀ ਸੀ। ਇਹ ਜਿਹੜੀ ਕਿਤਾਬ ਹੈ ਜੀ, ਇਹਦਾ ਨਾਮ ਹੈਗਾ ਗ੍ਰਿਟ ਗਟਸ ਗਲੋਰੀ। ਇਹ ਹੁਣ ਅਸੀਂ ਰਿਲੀਜ਼ ਕੀਤੀ ਹੈ ਦਿਸ ਈਅਰ। ਦਿਸ ਬੁੱਕ ਟਾਕਸ ਆਫ ਦੀ ਬੈਟਲ ਆਫ ਲੋਂਗੇਵਾਲਾ। ਇੰਡੀਅਨ ਆਰਮੀ ਦੇ ਉੱਪਰ ਹੈ, 1971 ਵਾਰ ਦੇ ਉੱਪਰ ਹੈ। ਲੋਂਗੇਵਾਲਾ ਦੇ ਵਿੱਚ ਜੰਗ ਸੀਗੀ ਲੜੀ ਹੈ ਰਾਜਸਥਾਨ ਸੈਕਟਰ ਦੇ ਵਿੱਚ, ਅਤੇ ਇਹਦੇ ਉੱਪਰ ਫਿਲਮ ਬਾਰਡਰ ਵੀ ਬਣੀ ਸੀਗੀ ਇਸ ਜੰਗ ਦੇ ਉੱਪਰ। ਬਟ ਦਿਸ ਬੁੱਕ ਇਜ਼ ਵੈਰੀ ਡਿਫਰੈਂਟ ਫਰੋਮ ਦ ਮੂਵੀ ਬਾਰਡਰ। ਬਾਰਡਰ ਦੇ ਵਿੱਚ ਬਹੁਤ ਸਾਰੀਆਂ ਸਿਨੇਮੈਟਿਕ ਲਿਬਰਟੀਜ਼ ਸੀਗੀਆਂ, ਐਂਡ ਮੂਵੀ ਬਹੁਤ ਸੋਹਣੀ ਸੀ, ਮੇਰੀ ਫੇਵਰੇਟ ਮੂਵੀ ਸੀ ਉਹ, ਐਂਡ ਹਾਲੇ ਵੀ ਹੈ। ਐਂਡ ਬਟ ਇਸ ਬੁੱਕ ਦੇ ਵਿੱਚ ਅਸੀਂ ਰੀਅਲ ਲਾਈਫ ਅਕਾਊਂਟ ਦੱਸਿਆ ਹੈ ਆਫ ਕਿ ਬੈਟਲ 'ਚ ਕੀ ਹੋਇਆ ਸੀ। ਫੋਰ ਐਗਜ਼ਾਮਪਲ ਮੂਵੀ ਦੇ ਵਿੱਚ ਜਿਸ ਤਰ੍ਹਾਂ ਕਈ ਸੋਲਜਰ ਸੀਗੇ, ਜਿਸ ਤਰ੍ਹਾਂ ਭਾਨ ਪ੍ਰਤਾਪ ਸਿੰਘ, ਜਿਨ੍ਹਾਂ ਦਾ ਰੋਲ ਸੁਨੀਲ ਸ਼ੈੱਟੀ ਅਦਾ ਕਰਦੇ ਆ ਜਾਂ ਅਕਸ਼ੇ ਖੰਨਾ ਕਰਦੇ ਆ, ਉਹ ਮੂਵੀ ਦੇ ਵਿੱਚ ਸ਼ਹੀਦ ਹੋ ਜਾਂਦੇ ਆ, ਦਿਖਾਏ ਜਾਂਦੇ ਆ, ਲੇਕਿਨ ਅਸਲੀ ਲਾਈਫ ਦੇ ਵਿੱਚ ਉਹ ਸ਼ਹੀਦ ਨਹੀਂ ਸੀ ਹੋਏ। 120 ਜਵਾਨਾਂ ਦੇ ਵਿੱਚੋਂ ਸਿਰਫ 2 ਜਵਾਨ ਸ਼ਹੀਦ ਹੋਏ ਸੀਗੇ। ਅਤੇ ਇਹ ਕਿਤਾਬ ਇਸ ਕਰਕੇ ਬੈਟਲ ਆਫ ਲੋਂਗੇਵਾਲਾ ਦੀ ਰੀਅਲ ਲਾਈਫ ਸਟੋਰੀ ਨੂੰ ਉਸ ਨੂੰ ਦਰਸਾਉਂਦੀ ਹੈ। ਐਂਡ ਇਸ ਨੂੰ ਮੈਂ ਅਸੀਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੇ ਨਾਲ ਮਿਲ ਕੇ ਇਸ ਨੂੰ ਲਿਖਿਆ। ਉਹਨਾਂ ਨੇ ਜੋ ਮੈਨੂੰ ਬਿਆਨ ਕੀਤਾ ਫਰੋਮ ਦੀ ਹਾਰਸਸ ਮਾਊਥ, ਦ ਹੀਰੋ ਆਫ ਦੀ ਲੋਂਗੇਵਾਲਾ, ਉਹਦਾ ਜ਼ਿਕਰ ਕੀਤਾ ਹੈ। ਸੋ ਦਿਸ ਬੁੱਕ ਇਜ਼ ਡੈਡੀਕੇਟਿਡ ਟੂ ਆਲ ਦ ਹੀਰੋਜ਼ ਆਫ ਇੰਡੀਅਨ ਆਰਮੀ। ਅਤੇ ਆਈ ਰੀਅਲੀ ਪ੍ਰੇ ਕਿ ਪੀਪਲ ਸ਼ੁੱਡ ਰੀਡ ਇਟ, ਐਂਡ ਕੁਛ ਸਿੱਖਣ ਨੂੰ ਮਿਲੇਗਾ ਫॉर ਦੇਸ਼ ਦੇ ਜਿਹੜੇ ਆਰਮੀ ਹੈ ਸਾਡੇ ਲਈ। ਚਾਂਦਪੁਰੀ ਸਾਹਿਬ ਦੇ ਨਾਲ ਜਦ ਮੁਲਾਕਾਤ ਹੋਈ, ਕਿਉਂਕਿ ਹੁਣ ਤਾਂ ਉਹ ਇਸ ਦੁਨੀਆ ਦੇ ਵਿੱਚ ਕਰ ਰਹੇ ਨਹੀਂ ਨੇ, ਅਤੇ ਜਦ ਕਿਤਾਬ ਲਿਖ ਰਹੇ ਸੀ, ਆਪਾਂ ਜਦ ਕਹਿੰਦੇ ਨਜ਼ਦੀਕੀ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਅਤੇ ਕੀ ਕੁਝ ਸਿੱਖਣ ਨੂੰ ਮਿਲਿਆ, ਅਤੇ ਕੀ ਕੁਝ ਤੁਸੀਂ ਇਸ ਕਿਤਾਬ ਦੇ ਵਿਚਕਾਰ ਪਰੋਇਆ? ਮੈਮ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਿਕੋਜ਼ ਚਾਂਦਪੁਰੀ ਸਾਹਿਬ ਵਾਜ਼ ਅ ਨੈਸ਼ਨਲ ਹੀਰੋ, ਅਤੇ ਉਹਨਾਂ ਨਾਲ ਕਿ ਇੱਕ ਅੱਛਾ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ, ਅਤੇ ਦੇਸ਼ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ। ਉਹਨਾਂ ਨੇ ਬੈਟਲ ਆਫ ਲੋਂਗੇਵਾਲਾ ਦੇ ਵਿੱਚ 120 ਜਵਾਨਾਂ ਦੇ ਨਾਲ ਮਿਲ ਕੇ ਅਤੇ ਦੇਸ਼ ਦੀ ਤਿਰੰਗੇ ਦੀ ਹਿਫਾਜ਼ਤ ਕੀਤੀ। ਅਤੇ ਉਹ ਹਮੇਸ਼ਾ ਕਹਿੰਦੇ ਸੀਗੇ ਕਿ ਜਿਹੜੀ ਜ਼ਿੰਦਗੀ ਦਾ ਸਫ਼ਰ ਹੈ ਉਹ ਆਪਣੀ ਇੱਜ਼ਤ ਲਈ ਹੋਣਾ ਚਾਹੀਦਾ ਹੈ। ਇੱਜ਼ਤ ਆਪਣੀ, ਆਪਣੇ ਦੇਸ਼ ਕੀ, ਆਪਣੀ ਪਲਟਨ ਕੀ। ਸੋ ਉਹਨਾਂ ਦਾ ਅਗਰ ਇੱਕ ਮੈਸੇਜ ਮੈਂ ਲੋਕਾਂ ਨੂੰ ਨਾਲ ਸ਼ੇਅਰ ਕਰਨਾ ਚਾਹੂँਗਾ, ਉਸ ਬੁੱਕ ਦੇ ਵਿੱਚ ਵੀ ਲਿਖਿਆ ਮੈਂ ਕਿ ਉਹਨਾਂ ਦੀ ਜਰਨੀ ਦੇ ਵਿੱਚੋਂ ਇੱਕੋ ਚੀਜ਼ ਸਾਹਮਣੇ ਆਈ ਹੈ ਕਿ ਹਮੇਸ਼ਾ ਆਪਣੇ ਸਨਮਾਨ ਦੇ ਲਈ, ਆਪਣੀ ਸੈਲਫ ਰਿਸਪੈਕਟ ਦੇ ਲਈ ਫਾਈਟ ਕਰਨਾ ਜ਼ਰੂਰੀ ਹੈ। ਤਾਂ ਇਸ ਲਈ ਆਈ ਵੁੱਡ ਸੇ ਕਿ honor of one's country, one's unit and oneself, it's very important. ਸਰ
ਸਰ ਇੱਕ ਸਵਾਲ ਹੈਗਾ ਕਿਉਂਕਿ ਤੁਸੀਂ ਮਾਊਂਟ ਕਿਲੀਮੰਜਾਰੋ ਵੀ ਜਾ ਕੇ ਆਏ, ਉਸ ਤੋਂ ਬਾਅਦ ਜੇ ਦੂਜਾ ਆਪਾਂ ਕਹੀਏ ਯੂਰਪ ਤੇ ਰਸ਼ੀਆ ਦੀ ਸਭ ਤੋਂ ਹਾਈਐਸਟ ਪੀਕ ਹੈ ਮਾਊਂਟ ਐਲਬਰੂਸ। ਜਦ ਆਪਾਂ ਗੱਲ ਕਰਦੇ ਹਾਂ ਪੀਕਸ ਦੀ, ਬਹੁਤ ਸਾਰੇ ਹਰਡਲਸ ਰਹਿੰਦੇ ਨੇ, ਕਿਉਂਕਿ ਜਦ ਆਪਾਂ ਹਰਡਲਸ ਦੀ ਗੱਲ ਕਰਦੇ ਹਾਂ ਉਹ ਚੁਣੌਤੀਆਂ ਜ਼ਿੰਦਗੀ ਦੇ ਵਿਚਕਾਰ ਵੀ ਰਹਿੰਦੀਆਂ ਨੇ, ਤੇ ਉਹ ਜਦ ਆਪਾਂ ਕੋਈ ਪਹਾੜ ਜਾਂ ਕੋਈ ਚੋਟੀ ਫਤਿਹ ਕਰਦੇ ਹਾਂ ਉਸ ਦੇ ਵਿਚਕਾਰ ਵੀ ਅਜਿਹੇ ਹਰਡਲਸ ਦੇਖਣ ਨੂੰ ਮਿਲਦੇ ਨੇ। ਬਿਲਕੁਲ ਸਹੀ ਗੱਲ ਹੈ ਜੀ। ਮੈਂ ਇਹ ਗੱਲ ਕਹੂੰਗਾ ਕਿ ਇਕੱਲਾ ਪਹਾੜਾਂ ਦੀ ਚੋਟੀਆਂ ਫਤਿਹ ਕਰਨ ਦੇ ਵਿੱਚ ਹਰਡਲਸ ਨਹੀਂ ਆਉਂਦੀਆਂ। ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦੀ ਜਰਨੀ 'ਚ ਹਰਡਲਸ ਨੇ ਤੇ ਆਬਸਟੈਕਲਸ ਨੇ ਤੇ ਕੁਛ ਨਾ ਕੁਛ ਡਿਫਿਕਲਟੀਜ਼ ਨੇ। ਦ ਜਰਨੀ ਆਫ ਐਵਰੀ ਮੈਨ ਔਰ ਵੂਮਨ ਔਨ ਦਿਸ ਪਲੈਨਟ ਇਜ਼ ਫੁੱਲ ਆਫ ਹਰਡਲਸ ਇਨ ਲਾਈਫ। ਤੁਸੀਂ ਉਸ ਨੂੰ ਕਿਸ ਤਰ੍ਹਾਂ ਕਰਦੇ ਹੋ, ਮਾਊਂਟੇਨਸ ਆਫ ਪ੍ਰੋਬਲਮਸ ਨੂੰ ਕਿੱਦਾਂ ਤੁਸੀਂ ਓਵਰਕਮ ਕਰਦੇ ਹੋ। ਤੁਹਾਡੇ ਨਾਲ ਇੱਕ ਗੱਲ ਬੜੀ ਅੱਛੀ ਸ਼ੇਅਰ ਕਰੂੰਗਾ ਮੈਂ ਕਿ ਜ਼ਿੰਦਗੀ ਦੇ ਵਿੱਚ ਮਾਊਂਟੇਨਸ ਬਹੁਤ ਕੁਝ ਸਿਖਾਉਂਦੀਆਂ ਨੇ। ਮੈਂ ਮਾਊਂਟੇਨਸ ਇਸ ਕਰਕੇ ਨਹੀਂ ਕਲਾਈਮ ਕਰਦਾ ਕਿ ਲੋਕੀ ਇਸ ਨੂੰ ਅਪਲੋਡ ਕਰਨ, ਪ੍ਰਸ਼ੰਸਾ ਕਰਨ, ਟਰੋਫੀਜ਼ ਦੇਣ, ਤਾਲੀਆਂ ਮਾਰਨ। ਮੈਂ ਇਸ ਕਰਕੇ ਕਲਾਈਮ ਕਰਦਾ ਕਿ ਬਿਕੋਜ਼ ਕਲਾਈਮਿੰਗ ਮਾਊਂਟੇਨਸ ਇਜ਼ ਲਾਈਕ ਅ ਮੈਡੀਟੇਸ਼ਨ ਫॉर ਮੀ। ਮੈਨੂੰ ਪਰਮਾਤਮਾ ਦੇ ਨਾਲ ਇੱਕ ਹੋਣ ਦਾ ਮੈਨੂੰ ਇੱਕ ਅਵਸਰ ਮਿਲਦਾ ਹੈ, ਉਸ ਕੁਦਰਤ ਦੇ ਨਾਲ ਇੱਕ ਹੋਣ ਦਾ ਅਵਸਰ ਮਿਲਦਾ ਹੈ। ਸੋ ਇਸ ਕਰਕੇ ਮੈਂ ਮਾਊਂਟੇਨਸ ਕਲਾਈਮ ਕਰਦਾ। ਔਰ ਜਦੋਂ ਅਸੀਂ ਕੋਈ ਪਹਾੜ ਚੜ੍ਹਦੇ ਆ ਨਾ, ਇੱਕ ਬੜੀ ਫਿਲਾਸਫੀਕਲ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਜਦੋਂ ਅਸੀਂ ਕੋਈ ਵੀ ਮਾਊਂਟੇਨੀਅਰ ਦੁਨੀਆ ਦੇ ਵਿੱਚ ਕੋਈ ਪਹਾੜ ਚੜ੍ਹਦਾ, ਛੋਟਾ ਪਹਾੜ ਜਾਂ ਵੱਡਾ ਪਹਾੜ ਨੂੰ, ਉਹ ਹਮੇਸ਼ਾ ਚੁੱਕ ਕੇ ਚੜ੍ਹਦੇ ਹਾਂ ਅਸੀਂ। ਵੈਨ ਵੀ ਕਲਾਈਮ ਅ ਮਾਊਂਟੇਨ ਇਟ ਇਜ਼ ਅਸੀਂ ਚੁੱਕ ਕੇ ਉਸ ਨੂੰ ਕਲਾਈਮ ਕਰਦੇ ਹਾਂ। ਜ਼ਿੰਦਗੀ ਦੇ ਸਫ਼ਰ ਨੂੰ ਵੀ ਅਗਰ ਤੁਸੀਂ ਜ਼ਿੰਦਗੀ 'ਚ ਕੁਛ ਹਾਸਲ ਕਰਨਾ ਤਾਂ ਹਿਊਮਿਲਿਟੀ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਆਕੜ ਕੇ ਨਹੀਂ ਕੋਈ ਚੀਜ਼ ਨੂੰ ਜ਼ਿੰਦਗੀ 'ਚ ਹਾਸਲ ਕਰ ਸਕਦੇ। ਸੋ ਮਾਊਂਟੇਨਸ ਟੀਚ ਯੂ ਅ ਲਾਈਫ ਟਾਈਮ ਲੈਸਨ ਦੈਟ ਯੂ ਕਲਾਈਮ ਦ ਮਾਊਂਟੇਨਸ ਵਿਦ ਹਿਊਮਿਲਿਟੀ। ਸੋ ਇਹ ਚੀਜ਼ ਹੈ। ਸਰ ਇੱਕ ਸਵਾਲ ਹੈਗਾ ਕਿਉਂਕਿ ਤੁਸੀਂ ਪੰਜਾਬ ਪੁਲਿਸ ਦੇ ਅਫਸਰ ਹੋ, ਤੇ ਆਪਾਂ ਅਗਰ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ, ਯੂਥ ਆਈਕਨ ਜੇ ਨੇ ਉਹ ਬਦਲ ਰਹੇ ਨੇ। ਪਹਿਲੇ ਲੋਕਾਂ ਦਾ ਜਾਂ ਫਿਰ ਨੌਜਵਾਨ ਪੀੜ੍ਹੀ ਦਾ ਯੂਥ ਆਈਕਨ ਕੋਈ ਹੋਰ ਹੁੰਦਾ ਸੀ, ਅੱਜ ਜੇ ਹੈ ਸ਼ਾਇਦ ਅਟਰੈਕਸ਼ਨ, ਪਾਵਰ, ਫੇਮ, ਪੈਸੇ ਦੇ ਪਿੱਛੇ ਹੈਗੀ ਹੈ। ਤੁਹਾਨੂੰ ਕੀ ਲੱਗਦਾ ਜੇ ਯੂਥ ਆਈਕਨ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਕਿਉਂਕਿ ਆਪਾਂ ਨੌਜਵਾਨ ਪੀੜ੍ਹੀ ਦੀ ਜਦ ਗੱਲ ਕਰਦੇ ਨੇ ਤਾਂ ਕਿਤੇ ਨੇ ਸਾਡਾ ਭਵਿੱਖ ਨੇ ਉਹ। ਦੇਖੋ, ਐਵਰੀ ਪਰਸਨ ਹੈਜ਼ ਅ ਰਾਈਟ ਟੂ ਚੂਜ਼ देयर ਯੂਥ ਆਈਕਨਸ, ਹੈ ਨਾ। ਮੈਂ ਕਹੂੰਗਾ ਕਿ ਲਾਈਫ ਕਦੇ ਵੀ ਬਲੈਕ ਐਂਡ ਵਾਈਟ 'ਚ ਨਹੀਂ ਹੁੰਦੀ, ਉਹਦੇ 'ਚ ਦੇਰ ਆਰ ਆਲ ਸ਼ੇਡਸ। ਸੋ ਅੱਜ ਦੀ ਡੇਟ 'ਚ ਵੀ ਯੂਥ ਆਈਕਨਸ ਬਹੁਤ ਵੱਡੇ ਵੱਡੇ ਨੇ। ਜਸਟ ਟੇਕ ਦ ਰੀਸੈਂਟ ਐਗਜ਼ਾਮਪਲ ਆਫ ਨੀਰਜ ਚੋਪੜਾ ਜੀ। ਉਹਨਾਂ ਨੇ ਕੰਟਰੀ ਨੂੰ ਕਿੰਨਾ ਪ੍ਰਾਊਡ ਫੀਲ ਕਰਾਇਆ। ਹੀ ਹੈਜ਼ ਜਸਟ ਵਨ ਦ ਵਰਲਡ ਚੈਂਪੀਅਨਸ਼ਿਪ ਲੀਗਸ, ਪਹਿਲਾਂ ਓਲੰਪਿਕਸ ਵਿੱਚ ਗੋਲਡ ਮੈਡਲ ਲਿੱਤਾ। ਆਈ ਥਿੰਕ ਐਵਰੀ ਇੰਡੀਅਨ ਇਜ਼ ਪ੍ਰਾਊਡ ਆਫ ਹਿਮ ਐਂਡ ਦੇਅਰ ਪੇਰੈਂਟਸ, ਦੇਅਰ ਫੈਮਿਲੀ। ਸੋ ਬਹੁਤ ਸਾਰੀ ਚੀਜ਼ਾਂ ਨੇ ਕਿ ਐਂਡ ਅੱਜ ਵੀ ਜਦੋਂ ਮੈਂ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਜਾਣਾ ਜਾਂ ਕਿਤੇ ਏਰੀਆ ਜਾਣਾ, ਅੱਜ ਵੀ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਉਸੇ ਪ੍ਰਕਾਰ ਮੁਹੱਬਤ ਨਾਲ ਯਾਦ ਕੀਤਾ ਜਾਂਦਾ ਹੈ ਜਿਵੇਂ ਕਿ ਪਹਿਲਾਂ ਕੀਤਾ ਜਾਂਦਾ ਸੀਗਾ। ਸੋ ਯੈਸ, ਪ੍ਰੋਬਲਮਸ ਆਰ ਮੈਨੀ ਦੇਅਰ। ਸੋਸ਼ਲ ਮੀਡੀਆ ਬਹੁਤ ਐਕਟੀਵੇਟ ਹੋ ਗਿਆ ਹੈ। ਆਫ ਕੋਰਸ ਜਿਹੜਾ ਯੂਥ ਹੈਗਾ ਉਹ ਕਿਤੇ ਨਾ ਕਿਤੇ ਤੁਹਾਡੀ ਗੱਲ ਗਲਤ ਨਹੀਂ ਹੈ, ਆਈ ਐਗਰੀ ਵਿਦ ਯੂ ਕਿ ਉਹ ਕਿਤੇ ਨਾ ਕਿਤੇ ਮਨੀ ਵੱਲ ਵੱਧ ਅਟਰੈਕਟਿਡ ਨੇ, ਮਤਲਬ ਕਿ ਪੋਪੂਲੈਰਿਟੀ ਵੱਲ ਵੱਧ ਅਟਰੈਕਟਿਡ ਨੇ। ਬਟ ਐਟ ਦ ਸੇਮ ਟਾਈਮ ਕਿ ਦੇਰ ਕੋਈ ਡਰਥ ਨਹੀਂ ਹੈ ਕੋਈ ਚੰਗੇ ਯੂਥ ਆਈਕਨਸ ਦੀ ਵੀ। ਦੇਰ ਆਰ ਮੈਨੀ ਗੁੱਡ ਯੂਥ ਆਈਕਨਸ। 18 ਸਾਲ ਦੇ ਲੜਕਾ ਜਿਨ੍ਹਾਂ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਸਨਮਾਨਿਤ ਕੀਤਾ ਹੈ, ਉਹ ਚੈਸ ਦੀ ਦੁਨੀਆ ਦੇ ਵਿੱਚ ਵਰਲਡ ਨੰਬਰ 1 ਨਾਲ ਚੈਸ ਖੇਲ ਕੇ ਆਏ ਨੇ। ਜਸਟ ਕੱਲ੍ਹ ਹੀ ਉਹ ਏਅਰਪੋਰਟ 'ਤੇ ਲੈਂਡ ਹੋਏ ਨੇ। ਕਿੰਨੀ ਦੁਨੀਆ ਨੇ ਉਹਨਾਂ ਦਾ ਸਵਾਗਤ ਕੀਤਾ। ਸੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਦੇਖੋ, ਲਾਈਫ ਦੇ ਵਿੱਚ ਦੇਰ ਆਰ ਆਲਵੇਜ਼ 2 ਰੋਡਸ, ਗੁੱਡ ਰੋਡ ਐਂਡ ਅ ਬੈਡ ਰੋਡ। ਇਟ ਡਿਪੈਂਡਸ ਅਪੋਨ ਯੂ ਕਿ ਤੁਸੀਂ ਉਹ ਕਿਹੜੀ ਰੋਡ 'ਤੇ ਤੁਸੀਂ ਆਪਣੀ ਜਰਨੀ ਨੂੰ ਲੈ ਕੇ ਜਾਣਾ ਹੈ। ਸੋ ਯੈਸ, ਐਂਡ ਆਈ ਵੁੱਡ ਆਲਵੇਜ਼ ਸੇ ਕਿ ਜਿਹੜੇ ਯੂਥ ਕਈ ਐਸਟਰੇ ਵੀ ਨੇ। ਹੁਣ ਅਸੀਂ ਮਾਊਂਟੇਨਰਿੰਗ ਕੀਤੀ ਹੈ। ਵਨ ਆਫ ਦੀ ਮੇਨ ਮਕਸਦਸ ਦ ਮੇਨ ਏਮ ਆਫ ਜਿਹੜਾ ਤਿਰੰਗਾ ਲਹਿਰਾਉਣ ਦਾ ਸੀਗਾ ਔਨ ਮਾਊਂਟ ਐਲਬਰੂਸ, ਜਾਂ ਅਸੀਂ ਉੱਥੇ ਨਿਸ਼ਾਨ ਸਾਹਿਬ ਨੂੰ ਵੀ ਅਸੀਂ ਉੱਥੇ ਲਾਇਆ ਐਲਬਰੂਸ 'ਤੇ, ਕਿ ਇਹਦੇ ਨਾਲ ਯੂਥ ਇੰਸਪਾਇਰ ਹੋਏ, ਲੋਕ ਇੰਸਪਾਇਰ ਹੋਣ। ਠੀਕ ਹੈ ਨਾ, ਕਿ ਉਹ ਦੇਖਣ ਕਿ ਯਾਰ ਇਹ ਚੀਜ਼ ਵੀ ਹੋ ਸਕਦੀ ਹੈ। ਲੈਟ ਅਸ ਗਿਵ ਮਾਊਂਟੇਨਰਿੰਗ ਅ ਪੁਸ਼। ਇਟ ਇਜ਼ ਵੈਰੀ ਡਿਫਰੈਂਟ ਫਰੋਮ ਹਾਈਕਿੰਗ ਐਂਡ ਟਰੈਕਿੰਗ। ਇਹਨੂੰ ਪੁਸ਼ ਦਿੱਤਾ ਜਾਏ। ਸੋ ਮਕਸਦ ਹਮੇਸ਼ਾ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਹੁੰਦਾ, ਉਹਨਾਂ ਨੂੰ ਇੰਸਪਾਇਰ ਕਰਨ ਦਾ ਹੁੰਦਾ। ਸੋ ਆਈ ਥਿੰਕ ਦੇਰ ਆਰ ਮੈਨੀ ਕਾਈਂਡ ਆਫ ਯੂਥ ਆਈਕਨਸ ਐਂਡ ਇੰਡੀਆ ਇਜ਼ ਅ ਵੈਰੀ ਬਿਗ ਟੈਲੈਂਟ ਪੂਲ। 140 ਕਰੋੜ ਦੇ ਵਿੱਚੋਂ ਬਹੁਤ ਲੋਕ ਨੇ ਜਿਹੜੇ ਕਿ ਲੋਕਾਂ ਨੂੰ ਇੰਸਪਾਇਰ ਕਰ ਰਹੇ ਨੇ, ਮੋਟੀਵੇਟ ਕਰ ਰਹੇ ਨੇ। ਕੋਈ ਕਲਾ ਦੇ ਖੇਤਰ 'ਚ ਕਰ ਰਿਹਾ ਹੈ। ਹੁਣ ਮਸਤਾਨੇ ਫਿਲਮ ਦੇ ਵਿੱਚ ਕਿ ਕਲਾਕਾਰਾਂ ਦੇ ਕਰਕੇ ਕਿੰਨੀ ਉਹਨਾਂ ਦੀਆਂ ਵੈਲ ਵਿਸ਼ਿਸ ਹੋਈਆਂ ਨੇ। ਚੰਗੇ ਗਾਣੇ ਵੀ ਬਣਦੇ ਨੇ, ਬੈਡ ਸੌਂਗਸ ਵੀ ਹੁੰਦੇ ਨੇ। ਬਟ ਇਟ ਡਿਪੈਂਡਸ ਅਪੋਨ ਯੂ ਤੁਸੀਂ ਦੇਖਣਾ ਕੀ ਹੈ। ਸੋਸ਼ਲ ਮੀਡੀਆ ਇਜ਼ ਲਾਈਕ ਅ ਪੂਲ। ਤੁਸੀਂ ਉਸ ਪੂਲ ਦੇ ਵਿੱਚੋਂ, ਸਮੁੰਦਰ ਦੇ ਵਿੱਚੋਂ ਤੁਸੀਂ ਚੰਗੀਆਂ ਚੀਜ਼ਾਂ ਕੱਢਣੀਆਂ ਕਿ ਤੁਸੀਂ ਬੈਡ ਫਿਸ਼ਿਸ ਕੱਢਣੀਆਂ, ਤੁਹਾਡੇ 'ਤੇ ਡਿਪੈਂਡ ਕਰਦਾ। ਇਹ ਸਵਾਲ ਹੈਗਾ ਕਿ ਤੁਹਾਡਾ ਯੂਥ ਆਈਕਨ ਕੌਣ ਹੈ? ਮੇਰੇ ਯੂਥ ਆਈਕਨ ਬਹੁਤ ਸਾਰੇ ਨੇ ਜੀ। ਆਈ ਗੈਟ ਇੰਸਪਾਇਰਡ। ਮੈਂ ਕਦੇ ਕਿਸੇ ਨੂੰ ਇਮੀਟੇਟ ਨਹੀਂ ਕਰਦਾ ਬਿਕੋਜ਼ everyone is inspiring, everyone is motivational, कि I get inspired from everyone. चाहे वो he's a great sports person, he's a great artist, he's a great journalist,
ਚਾਹੇ ਦੁਨੀਆ ਦੇ ਵਿੱਚ ਕੋਈ ਜਿਹੜਾ ਵੀ ਆਪਣੇ ਕੰਮ ਨੂੰ ਦਿਲ ਨਾਲ ਕਰਦਾ, ਹੀ ਇਜ਼ ਅ ਗ੍ਰੇਟ ਰੈਸਟੋਰੈਂਟੀਅਰ, ਕੋਈ ਦੁਨੀਆ 'ਚ ਕੋਈ ਅੱਛਾ ਕੰਮ ਕਰ ਰਿਹਾ ਹੈ, ਆਈ ਗੈਟ ਇੰਸਪਾਇਰਡ। ਸੋ ਮਾਈ ਲਿਸਟ ਆਫ ਇੰਸਪੀਰੇਸ਼ਨਲ ਪੀਪਲ ਇਜ਼ ਪ੍ਰੋਬੇਬਲੀ ਵੈਰੀ ਲੌਂਗ, ਐਂਡ ਇਟ ਇਜ਼ ਆਲਸੋ ਵਨ ਆਫ ਦ ਰੀਜ਼ਨਸ ਕਿ ਮੈਂ ਇੰਸਪਾਇਰ ਬਹੁਤ ਸਾਰੇ ਲੋਕਾਂ ਤੋਂ ਹੋਣਾ। ਮੈਂ ਹਰ ਇਨਸਾਨ ਦੇ ਵਿੱਚੋਂ ਉਹਦੀ ਪੋਜ਼ਿਟਿਵ ਚੀਜ਼ ਦੇਖਣ ਦੀ ਕੋਸ਼ਿਸ਼ ਕਰਦਾ ਕਿ ਐਵਰੀ ਪਰਸਨ ਹੈਜ਼ ਅ ਪੋਜ਼ਿਟਿਵ ਐਂਗਲ ਟੂ ਇਟ, ਐਂਡ ਆਈ ਟਰਾਈ ਕਿ ਮੈਂ ਉਹਦੇ 'ਚੋਂ ਪੋਜ਼ਿਟਿਵ ਐਂਗਲ ਲੈ ਕੇ ਕੁਛ ਸਿੱਖ ਲਾਂ। ਸੋ ਦੈਟ ਇਜ਼ ਵਾਟ ਆਈ ਟਰਾਈ। ਇੱਕ ਸਵਾਲ ਹੈਗਾ, ਲਾਸਟ ਸਵਾਲ ਹੈਗਾ, ਮਾਊਂਟ ਐਲਬਰੂਸ ਜਾਂ ਫਿਰ ਮਾਊਂਟ ਕਿਲੀਮੰਜਾਰੋ, ਦੋਨੋਂ ਵਿੱਚੋਂ ਸਭ ਤੋਂ ਟਫ ਕਿਹੜਾ ਲੱਗਿਆ? ਮਾਊਂਟ ਐਲਬਰੂਸ ਫॉर श्योर, ਬਿਕੋਜ਼ ਮਾਊਂਟ ਐਲਬਰੂਸ, ਮਾਊਂਟ ਕਿਲੀਮੰਜਾਰੋ ਵੀ ਬਹੁਤ ਟਫ ਸੀਗੀ, ਐਂਡ ਮਾਊਂਟ ਐਲਬਰੂਸ ਇਸ ਕਰਕੇ ਟਫ ਹੈ ਕਿਉਂਕਿ ਜਿਹੜੀ ਚੀਜ਼ ਤੁਸੀਂ ਰੀਸੈਂਟਲੀ ਕਰਦੇ ਹੋ ਟਫ ਹੀ ਲੱਗਦੀ ਹੁੰਦੀ ਹੈ। ਅਤੇ ਬਟ ਮਾਊਂਟ ਐਲਬਰੂਸ ਦੇ ਵਿੱਚ ਸਨੋ ਸਟੋਰਮਸ, ਥੰਡਰ ਸਟੋਰਮਸ, ਲਾਈਟਨਿੰਗ, ਉੱਥੇ 365 ਡੇਜ਼ ਅ ਈਅਰ ਆਈਸ ਰਹਿੰਦੀ ਹੈ, ਆਈਸ ਐਂਡ ਸਨੋ ਰਹਿੰਦੀ ਹੈ। ਸੋ ਤੁਹਾਨੂੰ ਆਪਣੀ ਜਿਹੜੀ ਜਰਨੀ ਹੈ ਉਹਦੇ 'ਚੋਂ ਕਵਰ ਕਰਨੀ ਪੈਂਦੀ ਹੈ। ਐਂਡ ਆਫ ਕੋਰਸ ਮਾਊਂਟ ਐਲਬਰੂਸ ਦੇ ਚੈਲੰਜਸ ਬਹੁਤ ਡਿਫਰੈਂਟ ਸੀਗੇ। ਆਵਰ ਟੀਮ ਫੇਸਡ ਥੰਡਰ ਸਟੋਰਮਸ, ਸਨੋ ਸਟੋਰਮਸ, ਐਂਡ ਮੈਂ ਕਹਿਣਾ ਚਾਹੁੰਦਾ ਕਿ ਮਿਹਨਤ ਆਪਣੀ ਜਗ੍ਹਾ ਹੈ, ਲੇਕਿਨ ਕਿਤੇ ਨਾ ਕਿਤੇ ਉਸ ਪਰਮਾਤਮਾ ਦੀਆਂ ਵੈਲ ਵਿਸ਼ੇਸ, ਪਰਮਾਤਮਾ ਦੀਆਂ ਬਲੇਸਿੰਗਸ ਬਹੁਤ ਇੰਪੋਰਟੈਂਟ ਨੇ ਇਹ ਅਚੀਵਮੈਂਟਸ ਕਰਨ ਦੇ ਲਈ, ਠੀਕ ਹੈ। ਅਤੇ ਪਰਮਾਤਮਾ ਨੂੰ ਅਸੀਂ ਅਰਦਾਸ ਕੀਤੀ, ਐਂਡ ਪਰਮਾਤਮਾ ਨੇ ਸਾਡੀ ਅਰਦਾਸ ਸੁਣੀ, ਔਰ ਅਸੀਂ ਮਾਊਂਟ ਐਲਬਰੂਸ ਕਲਾਈਮ ਕਰਨ ਤੋਂ ਬਾਅਦ ਅਸੀਂ ਮਾਸਕੋ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ, ਗੁਰੂ ਸਾਹਿਬ ਦੇ ਗੁਰੂ ਘਰ ਜਾ ਕੇ, ਉੱਥੇ ਮਾਸਕੋ ਦੇ ਵਿੱਚ ਅਸੀਂ ਰਮਾਲਾ ਸਾਹਿਬ ਚੜ੍ਹਾ ਕੇ ਪਰਮਾਤਮਾ ਦਾ ਦਿਲੋਂ ਥੈਂਕਸ ਕੀਤਾ ਕਿ ਪਰਮਾਤਮਾ ਨੇ ਸਾਨੂੰ ਬਲ ਬਖਸ਼ਿਆ, ਸਾਨੂੰ ਹਿੰਮਤ ਬਖਸ਼ੀ, ਸਾਨੂੰ ਸਮਝ ਦਿੱਤੀ ਕਿ ਅਸੀਂ ਸਹੀ ਤਰੀਕੇ ਨਾਲ ਕਰਕੇ ਤਿਰੰਗਾ ਲਹਿਰਾ ਕੇ ਅਸੀਂ ਘਰ ਵਾਪਸ ਆ ਜਾਈਏ। ਸਰ ਐਸੇ ਤੁਸੀਂ ਮਲਟੀ ਟੈਲੈਂਟਡ ਹੋ, ਲੇਕਿਨ ਕਿਤਾਬ ਤਾਂ ਤੁਹਾਡੀ ਦੂਜੀ ਆ ਗਈ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਗਾਣਾ, ਕਿਉਂਕਿ ਤੁਸੀਂ ਗੀਤ ਵੀ ਗਾਉਂਦੇ ਹੋ, ਲਿਖਦੇ ਵੀ ਹੋ, ਤਾਂ ਹੁਣ ਤੁਹਾਡਾ ਨੈਕਸਟ ਗੀਤ ਜੋ ਹੈ ਉਹ ਕਦ ਤੱਕ ਆ ਸਕਦਾ ਹੈ? ਦੇਖੋ, ਜਿਹੜੇ ਗੀਤ ਸੰਗੀਤ ਹੈ ਨਾ, ਮੈਂ ਹਮੇਸ਼ਾ ਕਹਿੰਦਾ ਕਿ ਇਹ ਬੜੀ ਪੋਜ਼ਿਟਿਵ ਚੀਜ਼ ਹੈ। ਇਹ ਬੇਸਿਕਲੀ ਗੀਤ ਸੰਗੀਤ ਆਪਣੇ ਆਪ 'ਚ ਬੈਠ ਨਹੀਂ ਹੈ। ਤੁਸੀਂ ਮੰਦਿਰ ਜਾਂਦੇ ਆ, ਉੱਥੇ ਵੀ ਤੁਹਾਨੂੰ ਮਿਊਜ਼ਿਕ ਸੁਣਦਾ ਹੈ। ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ, ਉੱਥੇ ਸ਼ਬਦ ਕੀਰਤਨ ਹੁੰਦਾ ਹੈ। ਤੁਸੀਂ ਚਰਚ ਜਾਂਦੇ ਆ, ਉੱਥੇ ਕੈਰਲਸ ਹੁੰਦੀਆਂ ਨੇ, ਠੀਕ ਹੈ। ਮਸਜਿਦ ਜਾਂਦੇ ਆ, ਅਜ਼ਾਨ ਹੁੰਦੀ ਹੈ। ਬਾਬੇ ਨਾਨਕ ਦੇ ਨਾਲ ਉਹਨਾਂ ਦੇ ਰਾਗੀ ਨਾਲ ਲੈ ਕੇ ਤੁਰਦੇ ਸੀਗੇ ਸੰਗੀਤਕਾਰਾਂ ਨੂੰ। ਸ਼੍ਰੀ ਕ੍ਰਿਸ਼ਨ ਜੀ ਦੇ ਹੱਥ ਤੁਸੀਂ ਜਦੋਂ ਵੀ ਦੇਖੋਗੇ ਇੱਕ ਤੁਹਾਨੂੰ ਫਲੂਟ ਨਜ਼ਰ ਆਏਗੀ, ਹੈ ਨਾ। ਸੋ ਆਈ ਵੁੱਡ ਆਲਵੇਜ਼ ਸੇ ਕਿ ਸੰਗੀਤ ਆਪਣੇ ਆਪ 'ਚ ਬੈਠ ਨਹੀਂ ਹੈ, ਇੱਕ ਬਹੁਤ ਵੱਡੀ ਕਲਾ ਹੈ, ਮਾਂ ਸਰਸਵਤੀ ਦੀ ਦੇਣ ਹੈ। ਸੋ ਮੈਂ ਜਿੰਨੇ ਵੀ ਹੁਣ ਤੱਕ ਗੀਤ ਕੀਤੇ ਹੈ, ਮੈਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਦਿਲ ਸੇ ਸਲਾਮ ਹੋਏ, ਮੈਂ ਆਰਮੀ ਤੇ ਪੁਲਵਾਮਾ ਵਿਕਟਿਮਸ ਦੀ, ਪੁਲਵਾਮਾ ਸ਼ਹੀਦਾਂ ਦੀ ਗੱਲ ਕੀਤੀ ਹੈ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਹੀਰੋ ਫਾਰਮਰਸ, ਕਿਸਾਨਾਂ ਦੀ ਗੱਲ ਕੀਤੀ ਹੈ। ਬੰਦਿਆਂ ਦੇ ਵਿੱਚ ਆਪਣੇ ਓਲਡ ਪੇਰੈਂਟਸ ਦੀ ਟੇਕ ਕੇਅਰ ਕਰਨ ਦੀ ਗੱਲ ਕੀਤੀ ਹੈ। ਸੋ ਆਈ ਹੈਵ ਆਲਵੇਜ਼ ਟਰਾਈਡ ਟੂ ਗਿਵ ਅ ਗੁੱਡ ਮੈਸੇਜ ਥਰੂ ਮਿਊਜ਼ਿਕ। ਮਿਊਜ਼ਿਕ ਇਜ਼ ਅ ਲੈਂਗੁਏਜ ਆਫ ਦ ਸੋਲ। ਅਤੇ ਨੈਕਸਟ ਸੰਗੀਤ ਜ਼ਰੂਰ ਕਰਾਂਗੇ, ਐਂਡ ਅਸੀਂ ਹਾਲੇ ਲਿਖ ਰਹੇ ਹਾਂ, ਐਂਡ ਰਿਕਾਰਡ ਉਸਨੂੰ ਕੰਪਲੀਸ਼ਨ ਉਹਦੀ ਹੋ ਗਈ ਹੈ, ਅਤੇ ਉਸਨੂੰ ਹਾਲੇ ਸ਼ੂਟ ਕਰਾਂਗੇ ਇਨ ਦ ਕਮਿੰਗ ਮੰਥਸ, ਅਤੇ ਜ਼ਰੂਰ ਲੈ ਕੇ ਆਵਾਂਗੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਤੇ ਸਾਡੇ ਨਾਲ AIG ਗੁਰਜੋਤ ਸਿੰਘ ਕਲੇ ਨੇ ਕਿਹਾ ਕਿ ਯੂਥ ਆਈਕਨ ਬਹੁਤ ਜ਼ਿਆਦਾ ਨੇ, ਲੇਕਿਨ ਸਭ ਤੋਂ ਵੱਡੀ ਗੱਲ ਹੈ ਅਸੀਂ ਆਪਸ਼ਨ ਕਿਹੜੀ ਚੂਜ਼ ਕਰਦੇ ਹਾਂ, ਯਾਨੀ ਕਿਸ ਦੇ ਵੱਲ ਜਾਂਦੇ ਨੇ, ਕਿਉਂਕਿ ਜਿਸ ਦੇ ਵੱਲ ਜਾਂਦੇ ਨੇ ਉਹਨਾਂ ਦੀ ਚੀਜ਼ਾਂ ਜਿਹੜੀਆਂ ਵਧੀਆ ਤੇ ਜਾਂ ਫਿਰ ਕਹੀਏ ਬੈਡ, ਉਹ ਦੋਨੋਂ ਸਾਡੇ ਉੱਤੇ ਪ੍ਰਭਾਵਿਤ ਕਰਦੀਆਂ ਨੇ। ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ TV।